सत श्री अकाल जी सारिਆਂ ਨੂੰ। ਅੱਜ ਆਪਾਂ ਰਾਈਟਿੰਗ ਟਾਸਕ 1 ਬਾਰੇ ਗੱਲ ਕਰਾਂਗੇ। ਇਸ ਰਾਈਟਿੰਗ ਟਾਸਕ 1 ਨੂੰ ਹਮੇਸ਼ਾ ਇਗਨੋਰ ਕੀਤਾ ਜਾਂਦਾ ਹੈ। ਜਦੋਂ ਵੀ ਕਿਸੇ ਬੱਚੇ ਦੇ ਸਕੋਰ ਘੱਟ ਆਉਂਦੇ ਨੇ ਰਾਈਟਿੰਗ ਚੋਂ ਤਾਂ ਉਹ ਰਾਈਟਿੰਗ ਟਾਸਕ 2 ਦੇ ਮਗਰ ਪੈ ਜਾਂਦਾ ਹੈ। ਰਾਈਟਿੰਗ ਟਾਸਕ 2 ਨੂੰ ਇੰਨਾ ਕੁ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਦਾ, ਇੰਨਾ ਉੱਤੇ ਵਰਕ ਕਰਦਾ, ਇੰਨੀ ਮਿਹਨਤ ਕਰਦਾ, पर राइटिंग टास्क 1 ਨੂੰ ਪਿੱਛੇ ਪਿੱਛੇ ਰੱਖਦਾ, ਉਹਦੇ ਤੇ ਵਰਕ ਨਹੀਂ ਕਰਦਾ। ਉਹਦੇ ਜਿਹੜੇ ਵੀਕ ਪੁਆਇੰਟ ਹੁੰਦੇ ਆ, ਉਹਦੇ ਜਿਹੜੇ ਡੀਪ ਪੁਆਇੰਟਸ ਹੁੰਦੇ ਆ, ਉਹਦੇ ਜਿਹੜੇ ਬੇਸਿਕਸ ਹੁੰਦੇ ਆ, ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ। ਹਾਲਾਂਕਿ ਇਕੁਅਲ ਸਕੋਰਿੰਗ ਮਿਲਦੀ ਆ ਆਪਾਂ ਨੂੰ। 9 ਬੈਂਡ 'ਚ ਹੀ ਆਪਾਂ ਨੂੰ ਰਾਈਟਿੰਗ ਟਾਸਕ 1 'ਚੋਂ ਮਿਲਨੇ ਆ ਤੇ 9 ਬੈਂਡ ਹੀ ਰਾਈਟਿੰਗ ਟਾਸਕ 2 'ਚੋਂ ਮਿਲਨੇ ਆ ਆਪਾਂ ਨੂੰ। ਠੀਕ ਹੈ, ਤਾਂ ਦੋਵਾਂ ਦਾ ਇਕੁਅਲ ਇੰਪੋਰਟੈਂਸ ਹੈ। ਹਾਂ, ਹੁੰਦਾ ਉਹ ਥੋੜਾ ਜਿਹਾ ਈਜ਼ੀ ਹੈ, प्लस थोड़ा जा ये होंगे कि आप देख के कोई डाटा वेख के वो लिखना होंगे, आपदे कोलों कुछ क्रिएटिविटी नहीं करनी होंगी, पर उसकी इंपॉर्टेंस उन्नी ही ज़्यादा है कि आप किन्ने वधिया तरीके नाल उस चीज़ नूं रख रहे हैं। सो अज आप राइटिंग टास्क 1 की पहले दिन की क्लास शुरू करते हैं, जिहदे विच कि तुहानूं इंट्रोडक्शन ते ओवरऑल 2 चीज़ां करावांगे। डे 2, 3 क्लास विच अगे कि आप अपने टास्क नूं डिवेलप करांगे। तां आपां ਤੁਹਾਨੂੰ ਦੱਸ ਦਈਏ कि राइटिंग टास्क 1 ਵਿੱਚ 6 ਤਰ੍ਹਾਂ ਦੇ ਚਾਰਟ ਹੁੰਦੇ ਆ ਆਪਣੇ। ਬਾਰ ਗ੍ਰਾਫ ਇਹ 2 ਤਰ੍ਹਾਂ ਦਾ ਹੁੰਦਾ, ਹੌਰੀਜ਼ੌਂਟਲ ਔਰ ਵਰਟੀਕਲ। ਲਾਈਨ ਗ੍ਰਾਫ ਇਹ ਪੋਲੀਲਾਈਨ ਹੁੰਦਾ, ਜਿਹਨੂੰ ਲਾਈਨੀਅਰ ਗ੍ਰਾਫ ਵੀ ਕਹਿ ਦਿੰਦੇ ਆ। ਟੇਬਲ ਚਾਰਟ, ਪਾਈ ਚਾਰਟ ਨੂੰ ਰੇਸ਼ੀਓ ਚਾਰਟ ਵੀ ਕਿਹਾ ਜਾਂਦਾ। ਇਹ ਆਪਣੇ ਜਿਹੜੇ ਚਾਰੋਂ ਚਾਰਟ ਹੁਣੇ ਮੈਂ ਬੋਲੇ ਆ, ਚਾਰੋਂ ਗ੍ਰਾਫ ਜਿਹੜੇ ਬੋਲੇ ਆ, ਇਹ ਸਟੈਟਿਕ ਚਾਰਟ ਹੁੰਦੇ ਆ। ਸਟੈਟਿਕ ਮੀਨਸ ਸਟੈਟਿਸਟਿਕਸ ਡਾਟਾ ਪ੍ਰੈਜ਼ੈਂਟ ਕਰਦੇ ਆ। ਇਹਨਾਂ ਦੇ ਵਿੱਚ ਕੀ ਚੀਜ਼ ਹੈ कि ਆਪਾਂ ਨੂੰ ਕਿਸੇ ਵੀ ਇਨਫੋਰਮੇਸ਼ਨ ਦਾ ਜਾਂ ਕਿਸੇ ਸਰਵੇ ਦਾ ਇੱਕ ਡਾਟਾ ਪ੍ਰੈਜ਼ੈਂਟ ਕਰ ਦਿੰਦੇ ਆ, ਉਹ ਡਾਟਾ ਆਪਾਂ ਆਪਣੀ ਵਰਡਿੰਗ ਦੇ ਵਿੱਚ ਐਕਸਪਲੇਨ ਕਰਨਾ ਹੈ। ਇਹਨਾਂ ਦੇ ਰੂਲਸ ਲਗਭਗ 4 ਦੇ ਇਕੱਠੇ ਹੁੰਦੇ ਆ। ਇਸ ਤੋਂ ਇਲਾਵਾ ਪ੍ਰੋਸੈਸ ਚਾਰਟ ਤੇ ਇੱਕ ਮੈਪ ਚਾਰਟ, ਇਹ ਦੋਨੋਂ ਚਾਰਟ ਅਲੱਗ ਹੁੰਦੇ। ਇਹਨਾਂ ਦੋਵਾਂ ਦੇ ਰੂਲਸ ਵੀ ਅਲੱਗ-ਅਲੱਗ ਹੁੰਦੇ ਆ। ਤਾਂ ਆਪਾਂ ਪਹਿਲਾਂ ਇਹਨਾਂ 4 ਨੂੰ ਟਾਰਗੇਟ ਕਰਾਂਗੇ, ਬਾਰ ਗ੍ਰਾਫ, ਟੇਬਲ ਚਾਰਟ, ਪਾਈ ਚਾਰਟ ਤੇ ਲਾਈਨ ਗ੍ਰਾਫ। ਇਹਨਾਂ ਨੂੰ ਸਟਾਰਟ ਕਰਦੇ ਹਾਂ ਆਪਾਂ ਆਪਣੀ ਸਕਰੀਨ ਤੇ ਚੱਲਦੇ ਹਾਂ ਕਿ ਕਿਹੜੇ ਤਰੀਕੇ ਨਾਲ ਆਪਾਂ ਇਹਨਾਂ ਦੀ ਡੀਲਿੰਗ ਕਰਾਂਗੇ, ਇਹਨਾਂ ਨੂੰ ਇੰਟਰੋਡਿਊਸ ਕਰਾਂਗੇ, ਇਹਨਾਂ ਦਾ ਓਵਰਆਲ ਕਰਾਂਗੇ। ਸੋ ਆਪਾਂ ਆਪਣੀ ਲਾਈਵ ਸਕਰੀਨ ਤੇ ਚੱਲਦੇ ਹਾਂ। ਹਾਂਜੀ, ਤੁਹਾਡੇ ਸਾਹਮਣੇ ਇੱਕ ਬਾਰ ਗ੍ਰਾਫ ਆ ਚੁੱਕਿਆ ਤੁਹਾਡੀ ਸਕਰੀਨ ਤੇ। ਇਹ ਬਾਰ ਗ੍ਰਾਫ ਇੱਕ ਮੂਵਮੈਂਟ ਚਾਰਟ ਹੈ। ਸੋ ਜਿਹੜੇ ਆਪਣੇ ਸਟੈਟਿਸਟਿਕ ਚਾਰਟ ਹੁੰਦੇ ਆ, ਇਹਨਾਂ ਵਿੱਚ 2 ਟਾਈਪਸ ਆਉਂਦੀਆਂ। ਇੱਕ ਹੁੰਦੀ ਹੈ ਮੂਵਮੈਂਟ ਚਾਰਟ, ਇੱਕ ਹੁੰਦਾ ਸਟੈਟਿਕ ਚਾਰਟ। ਸਟੈਟਿਕ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜਾਂ ਤਾਂ ਸਿਰਫ ਇੱਕੋ ਸਾਲ ਦਿੱਤਾ ਹੋਏਗਾ ਜਾਂ ਤੁਹਾਨੂੰ ਕੋਈ ਵੀ ਸਾਲ ਨਹੀਂ ਦਿੱਤਾ ਹੋਏਗਾ। ਜਦੋਂ ਤੁਹਾਨੂੰ ਇੱਕੋ ਹੀ ਸਾਲ ਦਿੱਤਾ ਹੈ ਉਦੋਂ ਆਪਾਂ ਹਮੇਸ਼ਾ ਉਹਨੂੰ ਪਾਸਟ ਵਿੱਚ ਲਿਖਾਂਗੇ, ਪਾਸਟ ਟੈਂਸ ਦਾ ਇਸਤੇਮਾਲ ਕਰਾਂਗੇ। ਤੇ ਜਦੋਂ ਆਪਾਂ ਨੂੰ ਉਹਨਾਂ ਨੇ 1 ਤੋਂ ਜ਼ਿਆਦਾ ਸਾਲ ਦਿੱਤੇ ਆ ਤਾਂ ਉਦੋਂ ਆਪਾਂ ਉਹਨੂੰ ਮੂਵਮੈਂਟ ਚਾਰਟ ਕਹਿ ਦਿੰਦੇ ਆ। ਜਦੋਂ ਇੱਕੋ ਸਾਲ ਦਿੱਤਾ ਉਦੋਂ ਪਾਸਟ ਵਿੱਚ, ਜਦੋਂ ਕੋਈ ਸਾਲ ਨਹੀਂ ਦਿੱਤਾ ਉਦੋਂ ਪ੍ਰੈਜ਼ੈਂਟ ਵਿੱਚ। ਜਦੋਂ 1 ਤੋਂ ਜ਼ਿਆਦਾ ਸਾਲ ਦਿੱਤੇ ਆ ਤਾਂ ਡੈਫੀਨੇਟਲੀ ਉਹ ਪ੍ਰੈਜ਼ੈਂਟ ਵਿੱਚ ਵੀ ਹੋ ਸਕਦਾ, ਪਾਸਟ ਵਿੱਚ ਵੀ, ਫਿਊਚਰ ਵਿੱਚ ਵੀ, ਤੇ ਉਹਨੂੰ ਆਪਾਂ ਉਸ ਤਰੀਕੇ ਨਾਲ ਡੀਲ ਕਰਾਂਗੇ। ਜ਼ਿਆਦਾ ਸਾਲ ਵਾਲੇ ਚਾਰਟ ਨੂੰ ਆਪਾਂ ਮੂਵਮੈਂਟ ਚਾਰਟ ਕਹਿੰਦੇ ਆ। ਤਾਂ ਅੱਜ ਆਪਾਂ ਮੂਵਮੈਂਟ ਚਾਰਟ ਨੂੰ ਡੀਲ ਕਰਾਂਗੇ। ਡੀਲ ਪਰ ਆਪਾਂ ਸਿਰਫ ਇੰਟਰੋਡਕਸ਼ਨ ਤੇ ਓਵਰਆਲ ਹੀ ਕਰਾਂਗੇ ਤਾਂ ਕਿ ਤੁਹਾਨੂੰ ਡੇ ਬਾਏ ਡੇ ਨਿੱਕੀ ਨਿੱਕੀ ਚੀਜ਼ ਬਾਰੇ ਪਤਾ ਲੱਗਦਾ ਰਹੇ। ਅੱਜ ਤੁਸੀਂ ਓਵਰਆਲ ਤੇ ਇੰਟਰੋਡਕਸ਼ਨ ਦੀ ਪ੍ਰੈਕਟਿਸ ਕਰੋਗੇ। 4 ਟਾਸਕ ਤੁਹਾਨੂੰ ਮੈਂ ਸੋਲਵ ਕਰਕੇ ਦਿਖਾਊਂਗਾ ਕਿ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ, ਤੇ ਪੁਰਾਣਾ ਤਰੀਕਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ। ਪੁਰਾਣਾ ਤਰੀਕਾ ਕੀ ਸੀਗਾ ਮੈਂ ਤੁਹਾਨੂੰ ਪੜ੍ਹਾ ਵੀ ਦਿੰਦਾ ਕਿ ਪਹਿਲਾਂ ਕੀ ਚੀਜ਼ ਸੀ ਕਿ ਪਹਿਲਾਂ ਆਪਣੇ ਟਾਸਕ ਦੇ ਵਿੱਚ ਕੀ ਹੈ, ਤੁਸੀਂ ਹੁਣ ਇੰਟਰੋਡਕਸ਼ਨ ਰੀਡ ਕਰਦੇ ਹੋ। ਦਾ ਗ੍ਰਾਫ ਬਿਲੋ ਸ਼ੋਜ਼ ਦ ਇਨਫੋਰਮੇਸ਼ਨ ਔਨ ਵੇਸਟ ਡਿਸਪੋਜ਼ਲ ਇਨ ਅ ਯੂਰਪੀਅਨ ਕੰਟਰੀ ਫਰਮ 2005 to 2008। ਇਹ ਜੇਕਰ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਪ੍ਰੈਜ਼ੈਂਟ ਇੰਡੈਫੀਨੇਟ ਐਕਟਿਵ ਫਾਰਮ ਦੇ ਵਿੱਚ ਲਿਖਿਆ ਹੋਇਆ, ਤੇ ਜਦੋਂ ਤੁਸੀਂ ਇਹਨੂੰ ਸੋਲਵ ਕਰਦੇ ਹੋ ਐਕਟਿਵ ਫਾਰਮ ਦੇ ਵਿੱਚ ਹੀ ਫਿਰ ਸੋਲਵ ਕਰ ਦਿੰਦੇ ਹੋ, ਜੋ ਕਿ ਮੇਰੇ ਅਕੋਰਡਿੰਗ ਇੱਕ ਇਨਐਪਰੋਪ੍ਰੀਏਟ ਅਪਰੋਚ ਹੈ। ਓਕੇ, ਜਿਵੇਂ ਕਿ ਤੁਸੀਂ ਇੱਥੇ ਵੀ ਦੇਖ ਲਓ, ਪਹਿਲੀ ਲਾਈਨ ਤੁਹਾਡੀ ਪ੍ਰੈਜ਼ੈਂਟ ਇੰਡੈਫੀਨੇਟ ਵਿੱਚ ਹੀ ਜਾ ਰਹੀ ਹੈ। ਦਿਸ ਆਰ ਓਲਡ ਮੈਥਡਸ। ਇਹ ਸਾਰੇ ਕੀ ਹੈ, ਓਲਡ ਮੈਥਡਸ ਨੇ। ਆਪਾਂ ਇੱਕ ਨਿਊ ਮੈਥਡ ਹੈ ਕਿ ਜੇਕਰ ਤੁਹਾਡੀ ਇੱਕ ਐਕਟਿਵ ਫਾਰਮ ਦਿੱਤੀ ਹੋਈ ਹੈ ਤਾਂ ਉਹਨੂੰ ਪੈਸਿਵ 'ਚ ਕਰ ਦਿਓ। ਪੈਸਿਵ 'ਚ ਕਰਨ ਦਾ ਤਰੀਕਾ ਕੀ ਹੈ ਕਿ ਹੁਣ ਮੈਂ ਤੁਹਾਨੂੰ ਹੁਣੇ ਕਰਵਾ ਦਿੰਦਾ। ਸਟਾਰਟ ਕਰਦੇ ਹਾਂ ਆਪਾਂ। ਸੋ ਦਿਸ ਇਜ਼ ਆਵਰ ਇੰਟਰੋਡਕਸ਼ਨ ਐਂਡ ਹਾਊ ਵੀ ਵੁੱਡ ਸੋਲਵ ਇਟ। ਓਕੇ, ਤਾਂ ਇੱਥੇ ਤੁਹਾਡੇ ਕੋਲ ਆਊਗਾ। ਆਪਾਂ ਸਟਾਰਟ ਕਰਾਂਗੇ ਦ ਇਨਫੋਰਮੇਸ਼ਨ ਰਿਗਾਰਡਿੰਗ द इन्फॉर्मेशन रिगार्डिंग तो स्टार्ट करांगे। ठीक है,
फिर ਜਿਹੜੀ चीज़ वर्ब तो बाद आएगी, जिमें कि द ग्राफ बिलो इन्फॉर्मेशन शोज़ द इन्फॉर्मेशन ऑन, जिथे ऑन पाया उपर रिगार्डिंग पाता। द इन्फॉर्मेशन रिगार्डिंग वेस्ट डिस्पोजल नूं आपां कहांगे वेस्ट आउटपुट। ओके, इन अ यूरोपियन कंट्री आपां डेफिनेटली वो यूज़ करांगे। आप यूज़ कर सकते इन द कंट्री ऑफ यूरोप, इन द कंट्री ऑफ यूरोप। फ्रॉम ते टू उन्होंने इस्तेमाल किया, आप यूज़ करांगे बिटवीन ते एंड, सॉरी बिटवीन 2005 एंड 2008। ओके, जो आप इन्नी चीज़ लिखती हजे अपनी लाइन कंप्लीट नहीं हुई। द इन्फॉर्मेशन रिगार्डिंग द वेस्ट आउटपुट इन द कंट्री ऑफ यूरोप बिटवीन 2005 एंड 2008। इस तो बाद आप लिखांगे इज़। हुण आप लाइन कंप्लीट करना है, क्योंकि जिहड़ी लाइन आप स्टार्टिंग ते स्किप करके आए हैं ना, द ग्राफ बिलो शोज़, उस चीज़ को आप हुण एंड ते जस्टिफाई करांगे। इज़ डिपिक्टेड बाय द सप्लाइड बार ग्राफ ਨੂੰ ਹੁਣ ਆਪਾਂ ਦੋ ਤਰੀਕੇ ਨਾਲ ਲਿਖ ਸਕਦੇ ਹਾਂ। वर्टिकल कॉलम ग्राफ भी कह सकते हैं, बाय द वर्टिकल सप्लाइड, बाय द सप्लाइड वर्टिकल कॉलम हाँ जी। तो दिस इज़ आवर इंट्रोडक्शन। हुण इहदे विच आपां एक होर पार्ट लिखना है। इंट्रोडक्शन नूं तुसीं एक्टिव की जगह जेकर पैसिव करके लिखोगे डेफिनेटली एक अच्छा इंप्रैशन पैंदा है। तो हुण आपां ये चैक करना है कि अपना जिहड़ा डाटा दिता है वो किस फॉर्म दे विच दिता है। लास्ट च आपां लिखांगे द डाटा इज़ कैलिब्रेटेड इन टर्म्स ऑफ डैश। मीनस आप इत्थे देख लेने डाटा काहदे दिता होया, डाटा आपां नूं मिलियन टन्स दे विच दिता होया। सो उस वे नाल आपां इहनूं प्रजेंट करांगे द डाटा इज़ कैलिब्रेटेड इन टर्म्स ऑफ मिलियन टन्स। ये अपनी इंट्रोडक्शन बन गई है, जिन्हों कि आपां पैसिव फॉर्म कह सकते हैं इंट्रोडक्शन की। तुसी सामने तुहाडे स्क्रीन हैगी है, पहला उपरली इंट्रोडक्शन रीड कर लो, फिर वो नीचे वाली जिन्हों सॉल्व किया गया। तो वर्डिंग आप चेंज करके वर्डिंग तुसी अपने अकॉर्डिंग कोई भी सिनोनिम्स वगैरह लगा सकते हो। कई बार फॉर्म भी चेंज करनी पै जाती है आपां नूं, वो डिपेंड करता है। आप डे बाय डे उन्होंने अपग्रेड करते जावांगे जिवें जिवें अपने वीडियोज़ अगे रन होणगीਆਂ। सो नैक्सट आप चलते हैं। आई होप तुहानूं ये चीज़ वधिया लगी होगी। एक तरीके आप सैकेंड इंट्रोडक्शन होर सॉल्व करते हैं, तो इनू आप एक बारी साइड पर कर दें। सैकेंड इंट्रोडक्शन करके फिर आप ओवरऑल करांगे। उस तो बाद अपनी सैकेंड इंट्रोडक्शन आ गई, तो इनू आप हुण किस तरीके नाल सॉल्व करते हैं। सेम मैथड अप्लाई करांगे, पर विचालड़ी इन्फॉर्मेशन वैरी करेगी, ऑब्वियस है। हाँ जी, द इन्फॉर्मेशन रिगार्डिंग द इन्फॉर्मेशन रिगार्डिंग हुण आपां अबाउट तो बाद वाला चकांगे। द ग्रोथ ऑफ अर्बन पॉपूलेशन इन सर्टन पार्ट्स ऑफ द वर्ल्ड इंक्लूडिंग द प्रोडिक्शन फॉर द फ्यूचर। इत्थों तक आपां इहनूं सॉल्व करना है। आपां ग्रोथ नूं कह सकते हैं इनकलाइनेशन जां एनहेंसमेंट या इंप्रूवमेंट। ओके, जब आपां कह देंगे कोई भी चीज़ ग्रोथ हुई है ना, इन्फॉर्मेशन रिगार्डिंग द इंक्रीज इन द इंक्रीज ऑफ city population, the information regarding the increase of city population in certain ਨੂੰ ਆਪਾਂ various ਕਹਿ ਸਕਦੇ ਹਾਂ, in various parts of the globe, world ਨੂੰ ਆਪਾਂ globe ਕਹਿ ਦਾਂਗੇ। certain areas of various areas of the globe ਵੀ ਕਹਿ ਸਕਦੇ ਹਾਂ, various areas of the globe
जिथे इनकलूडिंग के आप कह सकते हैं along with the estimation, prediction ਨੂੰ estimation कह देंगे, along with the estimation of for future years, estimation for future years, एंड ते फिर आप लाइन क्लोज अप कर देंगे is depicted by the supplied bar जैन वर्टिकल, ਉਹੀ चीज़ ਜਿਹੜੀ ਆਪਾਂ ਲਿਖੀ ਸੀਗੀ supplied vertical column graph। फिर आप हम डाटा देखेंगे the data is calibrated in terms of, ਹੁਣ ਆਪਾਂ ਦੇਖਦੇ ਹਾਂ डाटा ਕਾਹਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ डाटा ਦਿੱਤਾ ਹੈ परसेंटेज ਦੇ ਵਿੱਚ, ਆਪਾਂ ਨੂੰ ਕਹਿ ਦਾਂਗੇ the data is calibrated in terms of percentages। आई होप कि ये मैथड तुहाडे दिमाग विच बैठ गया होगा कि किवें यूज़ करना है। अपने कोल मैथड सिर्फ इन्ना ही है कि जिहड़ी वर्डिंग है इन्फॉर्मेशन रिगार्डिंग ये वाली, इहनूं आपां इत्थों कलर दे दिंदे आ वर्डिंग, ते जिहड़ी अपनी वर्डिंग है इज़ डिपिक्टेड, ये वर्डिंग अपनी फिक्स है। ओके, मीनस इत्थे तुसीं कल्ला ग्राफ वगैरह वैरी कर सकते हो भी किहड़ा ग्राफ है, ठीक है। इत्थे तुसीं ये चीज़ वैरी कर सकते हो कि इन्फॉर्मेशन बाकी सारा वर्टिकल है वो वर्ड कट्टा जाएगा, कॉलम ग्राफ जाएगा, कोई होर ग्राफ आ जाएगा, बाकी सारा सारिਆਂ ਵਿੱਚ सेम रहेगा। ये ਤੁਹਾਡੀ एक्टिव टू पैसिव फॉर्म बन जाएगी। तुसीं इन्फॉर्मेशन ਨੂੰ लिख के देखियो ते अपनी पहला वाली इंट्रोडक्शन ਨਾਲ कंपेयर करके देखियो तो फिर ਤੁਹਾਨੂੰ वाकई फर्क लगूगा कि हाँ ये मैथड थोड़ा जिहा ज़्यादा वधिया ਉਹਦੇ ਨਾਲੋਂ। ਤੇ ਜਦੋਂ ਤੁਸੀਂ यूनीक चीज़ एग्जामिनर ਅੱਗੇ ਰੱਖਦੇ ਹੋ, क्योंकि एक्टिव फॉर्म ਦੇ ਵਿੱਚ ਉਹ ਕਿੰਨੀਆਂ ਹੀ चेक कर चुके हैं, तो किन्नियां उन्हें अपनी इंट्रोडक्शन चैक करती हुण तक, तो सारियां दा उन्होंने एक नवी चीज़ मिल जाएगी। आई नो कुछ बच्चे पैसिव यूज़ करते बट कुछ बच्चे करते हैं, एंड आई वांट यू टू बी वन ऑफ दैम। ओके, सो आपां हुण अपनी इंट्रोडक्शन पार्ट वाल चलते हैं, सॉरी ओवरऑल पार्ट वाल। ओवरऑल पार्ट दे विच आपां की करना हुंदा है, ओबवियस है कि ਜਦੋਂ ਤਾਂ ਡਬਲ ਗ੍ਰਾਫ ਆਉਂਦੇ ਆ ਉਦੋਂ ਓਵਰਆਲ ਹੋਰ ਤਰ੍ਹਾਂ ਦਾ ਹੁੰਦਾ, ਜਦੋਂ ਸਿੰਗਲ ਗ੍ਰਾਫ ਆਉਂਦੇ ਉਦੋਂ ਓਵਰਆਲ ਹੋਰ ਤਰ੍ਹਾਂ ਦਾ ਹੁੰਦਾ। ਡਬਲ ਗ੍ਰਾਫ ਦੇ ਵਿੱਚ ਮੋਸਟਲੀ ਆਪਾਂ ਨੂੰ ਜੇਕਰ ਹਾਈਅਰ ਸਕੋਰ ਕਰਨੇ ਆ ਤਾਂ ਆਪਾਂ ਨੂੰ ਉਹਦੇ ਵਿੱਚ ਉਹ ਸ਼ੋ ਕਰਨਾ ਪਏਗਾ ਕੰਪੈਰੀਜ਼ਨ ਦੋਵਾਂ ਦਾ ਕਿ ਦੋਵਾਂ ਦੇ ਵਿੱਚ ਕੀ ਰਿਲੇਸ਼ਨ ਹੈ। ਜੇਕਰ ਸਿੰਗਲ ਗ੍ਰਾਫ ਆਉਂਦਾ ਤਾਂ ਇੱਕ ਹਾਈਐਸਟ ਪਾਰਟ ਤੇ ਇੱਕ ਲੋਐਸਟ ਪਾਰਟ ਆਪਾਂ ਇੱਥੇ ਡਿਫਾਈਨ ਕਰ ਸਕਦੇ ਹਾਂ। ਸੋ ਵਟ ਵੁੱਡ ਬੀ ਮਾਈ ਅਪਰੋਚ, ਆਪਾਂ ਦੇਖਦੇ ਹਾਂ ਉਹਦੇ ਵਿੱਚ। हाँ जी, तो आप इससे जो पहला चार्ट किया सीगा उहदी पहला एक अप्रोच देखते हैं। हाँ जी, तो ये ओवरऑल दे विच बच्चे की है कि कला हाईएस्ट प्रजेंट कर देंगे तो लोएस्ट प्रजेंट कर देंगे, ठीक है, पर वो टॉपिक मैंशन करना भुल जाते हैं क्योंकि उन्होंने स्ट्रक्चर ही उस तरीके का दिता होंगे। सो वट वुड बी माई अप्रोच फॉर दिस, आप देख लीए जोड़ा हाईएस्ट पार्ट है वो अपना है लैंडफिल मैथड है जोड़ा इस तरीके नाल सब तो ज़्यादा वेस्ट नूं डिस्पोज किया गया सीगा, ते जेड़ा अपना बर्निंग मैथड है ये नाल सब तो घट वेस्ट नूं डिस्पोज किया गया सीगा। सो बर्निंग मैथड अपना लीस्ट है ते जेड़ा अपना लैंडफिल मैथड है वो अपना हाईएस्ट है। डंपिंग इन सी विचाले रिवॉल्व करता पाया, होवर करता पाया, ठीक है। सो अपने को एक ही स्ट्रक्चर आएगा। हाँ जी, लेट्स गो फॉर द स्ट्रक्चर। हाँ जी, आप स्टार्ट करांगे ओवरऑल द डोमिनेटिंग trend had been shown by landfill method। okay, the dominating trend had been shown by landfill method, semicolon का इस्तेमाल करांगे। whereas comma the burning technique
had the least value in case of, हाँ जी, the burning technique had the least value। ਇੱਥੋਂ ਤੱਕ ਆਪਣੇ ਦੋਨੋਂ ਕਵਰ ਹੋ ਗਏ ਵੈਸੇ ਤਾਂ, ਪਰ ਜਦੋਂ ਆਪਾਂ ਹੁਣ ਟੌਪਿਕ ਵੀ ਨਾਲ ਜੋੜਨਾ ਵੀ ਗੱਲ ਕਾਹਦੀ ਕਰ ਰਹੇ ਆ, ਕਾਹਦੇ ਵਿੱਚ ਡੋਮੀਨੇਟਿੰਗ ਹੈ, ਕਾਹਦੇ ਵਿੱਚ ਲੀਸਟ ਹੈ, ਉਸੇ ਤਰੀਕੇ ਨਾਲ ਆਪਾਂ ਨੂੰ ਲਿਖਣਾ ਪੈਣਾ ਐਂਡ ਤੇ ਇਨ ਕੇਸ ਆਫ ਡਿਸਪੋਜ਼ਿੰਗ ਦਾ ਵੇਸਟ। ਹਾਂਜੀ, ਆਹ ਤੁਹਾਡਾ ਓਵਰਆਲ ਬਣ ਗਿਆ। ਇਹਦੇ ਵਿੱਚ ਕੁਝ ਵੀ ਜ਼ਿਆਦਾ ਔਰ ਐਕਸਟਰਾ ਕਰਨ ਦੀ ਲੋੜ ਨਹੀਂ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਆਈਡੀਆ ਹੋਊਗਾ ਹੀ ਕਿ ਆਪਾਂ ਜਿਹੜਾ ਓਵਰਆਲ ਹੈ ਉਹਦੇ ਵਿੱਚ ਕੋਈ ਵੀ ਡਾਟਾ ਵਗੈਰਾ ਪ੍ਰੈਜ਼ੈਂਟ ਨਹੀਂ ਕਰਦੇ। ਜਦੋਂ ਉਹ 'ਚ ਡਾਟਾ ਪ੍ਰੈਜ਼ੈਂਟ ਕਰਦੇ ਨੇ ਉਹ ਵਿੱਚ ਆਪਾਂ ਇੱਕ ਓਵਰਵਿਊ ਦੇਣਾ ਹੁੰਦਾ। ਕੋਈ ਵੀ ਡਾਟਾ ਟਰਾਈ ਕਰੋ ਉਹਦੇ ਵਿੱਚ ਨਾ ਆਵੇ, ਟਰਾਈ ਕਰੋ ਕਿ ਮਸਟ ਹੈ, ਡਾਟਾ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਇੱਕ ਟਾਸਕ ਹੋਰ ਹੈ ਜਿਹਦਾ ਆਪਾਂ ਇੱਕ ਓਵਰਆਲ ਕਰਾਂਗੇ। ਹਾਂਜੀ, ਨੈਕਸਟ ਟਾਸਕ ਜਿਹੜਾ ਆਪਾਂ ਹੁਣ ਜਿਹਦੀ ਇੰਟਰੋਡਕਸ਼ਨ ਕਰਕੇ ਹਟੇ ਸੀ। ਹਾਂਜੀ, ਤਾਂ ਆਪਾਂ ਅੱਗੇ ਦੇਖਦੇ ਹਾਂ ਕਿ ਨੈਕਸਟ ਵਾਲੇ ਟਾਸਕ ਵਿੱਚ ਓਵਰਆਲ ਕੀ ਬਣਦਾ ਆਪਣਾ। ਹਾਂਜੀ, ਸੋ ਇਹਦੇ ਵਿੱਚ ਜੇਕਰ ਆਪਾਂ ਪਹਿਲਾਂ ਇੱਕ ਓਵਰਵਿਊ ਲਈਏ, ਸਭ ਤੋਂ ਜ਼ਿਆਦਾ ਹਾਈਐਸਟ ਜਿਹੜੀ ਪਰਸੈਂਟੇਜ ਪੋਪੂਲੇਸ਼ਨ ਹੈ ਟਾਊਨ ਦੀ, ਉਹ ਆਪਾਂ ਨੂੰ ਲੈਟਿਨ ਅਮਰੀਕਾ ਔਰ ਕੈਰੀਬੀਅਨ ਦੇ ਵਿੱਚ ਮਿਲਦੀ ਹੈ 2013 ਦੇ ਵਿੱਚ। 2030 ਦੇ ਵਿੱਚ ਵੈਸੇ ਵੀ ਜੇਕਰ 2000 ਦੇ ਵਿੱਚ ਲਗਾਈਏ ਤਾਂ ਸਭ ਤੋਂ ਜ਼ਿਆਦਾ ਉਹਦੇ ਵਿੱਚ ਹੀ ਮਿਲਦੀ ਹੈ ਆਪਾਂ ਨੂੰ, ਤੇ ਸਭ ਤੋਂ ਘੱਟ ਪੋਪੂਲੇਸ਼ਨ ਆਪਾਂ ਨੂੰ ਮਿਲਦੀ ਹੈ ਅਫਰੀਕਾ ਦੇ ਵਿੱਚ। ਅਫਰੀਕਾ ਤੇ ਏਸ਼ੀਆ ਦੋਵੇਂ ਵੀ ਲਿਖ ਸਕਦੇ ਹਾਂ, ਠੀਕ ਹੈ। ਹਾਂਜੀ, ਅਫਰੀਕਾ ਤੇ ਏਸ਼ੀਆ ਉਸੇ ਸਾਲ ਦੇ ਵਿੱਚ ਆਪਾਂ ਨੂੰ ਸਭ ਤੋਂ ਘੱਟ ਮਿਲਦੇ ਆ। ਜੇਕਰ ਤੁਸੀਂ ਪਹਿਲੇ ਸਾਲ ਦਾ ਵੇਰਵਾ ਲਗਾਓਗੇ ਤਾਂ ਵੀ ਉਹ ਸੇਮ ਹੀ ਹੈ। ਓਕੇ, 1950 ਦੇ ਵਿੱਚ ਵੀ 2000 ਦੇ ਵਿੱਚ ਵੀ ਆਪਾਂ ਨੂੰ ਲੈਟਿਨ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਮਿਲੀ ਹੈ, ਤੇ 2000 ਦੇ ਵਿੱਚ ਜਾਂ ਜਿਹੜੀ ਏਸ਼ੀਆ ਤੇ ਅਫਰੀਕਾ ਦੇ ਵਿੱਚ ਸਭ ਤੋਂ ਘੱਟ ਮਿਲੀ ਹੈ। ਓਕੇ, ਸੋ ਆਪਣਾ ਕੀ ਲਿਖਾਂਗੇ, ਸੈਕਿੰਡ ਓਵਰਆਲ। ਮੈਂ ਜਿਹੜੇ ਸਾਰੇ ਰੀਡ ਕਰਵਾਉਂਗਾ ਤੁਹਾਨੂੰ। ਹਾਂਜੀ, ਸਟਾਰਟਿੰਗ ਕਰਾਂਗੇ ਆਪਾਂ। ਓਵਰਆਲ the dominating trend had been followed by Latin America। ਇੱਥੇ ਕੱਲਾ ਕੰਟਰੀ ਦਾ ਨੇਮ ਲਿਖਾਂਗੇ ਆਪਾਂ, Latin America semicolon, whereas Africa and Asia had the least value। least ਤੇ dominating ਦੇ ਨਾਲ ਦਾ ਜ਼ਰੂਰ ਆਏਗਾ। least value ਐਂਡ ਤੇ ਪਾਵਾਂਗੇ ਆਪਾਂ in case of city population। so this is our overall। ਇਹਦੇ ਵਿੱਚ ਬਹੁਤ ਸਿੰਪਲ ਵੇ ਹੈ, ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਬਹੁਤ ਵਧੀਆ ਕਰ ਸਕਦੇ ਹੋ, ਜ਼ਿਆਦਾ ਐਫਰਟਸ ਕਰਨ ਦੀ ਲੋੜ ਨਹੀਂ। ਸਿੰਪਲ ਮੈਥਡ ਨਾਲ ਤੁਸੀਂ ਆਪਣਾ ਇੱਕ ਵਧੀਆ ਰਾਈਟਿੰਗ ਟਾਸਕ 1 ਡਿਵੈਲਪ ਕਰ ਸਕਦੇ ਹੋ। ਹਜੇ ਰਾਈਟਿੰਗ ਟਾਸਕ 1 ਨੂੰ ਬਹੁਤ ਹੱਦ ਤੱਕ ਅੱਗੇ ਲੈ ਕੇ ਜਾਣਾ ਆਪਾਂ, ਪਰ ਡੇ ਬਾਏ ਡੇ ਮੈਨੂੰ ਤੁਹਾਡੀ ਸਾਰਿਆਂ ਦੀ ਸਪੋਰਟ ਚਾਹੀਦੀ ਹੈ। ਜਿੰਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਵਿਊ ਕਰੋਗੇ, ਐਂਡ ਤੱਕ ਦੇਖਦੇ ਹੋ, ਉਸ ਤਰੀਕੇ ਨਾਲ ਹੀ ਆਪਾਂ ਫਿਰ ਅੱਗੇ ਚੱਲਦੇ ਹਾਂ। ਓਕੇ, ਤਾਂ ਮੈਂ ਤੁਹਾਡੇ ਸਾਹਮਣੇ ਇੱਕ ਫਾਈਲ ਸ਼ੇਅਰ ਕਰ ਦੂੰਗਾ ਸਾਰਿਆਂ ਨੂੰ। ਆਹ ਤੁਹਾਡੇ ਸਾਹਮਣੇ ਸਾਰੀ ਫਾਈਲ ਹੈ ਕਿ ਜਿਹਦੇ ਵਿੱਚ ਆਪਾਂ ਦੋਨੋਂ ਇੰਟਰੋਡਕਸ਼ਨ ਕੀਤੀਆਂ, ਆਪਣੀਆਂ ਦੋਨੋਂ ਇੰਟਰੋਡਕਸ਼ਨਸ ਆ ਗਈਆਂ, ਤੇ ਉਸ ਦੇ ਨਾਲ ਹੀ ਆਪਣੀਆਂ ਅੱਗੇ ਓਵਰਆਲ ਆ ਗਏ ਦੋਨੋਂ। ਉਹ ਪਹਿਲੇ ਦਾ ਓਵਰਆਲ ਹੈ, ਮੈਂ ਉਹਨਾਂ ਨੂੰ ਪੋਜੀਸ਼ਨ ਤੇ ਸੈੱਟ ਕਰ ਦਿੰਦਾ ਕਿ ਓਵਰਆਲ ਤੇ ਇੰਟਰੋਡਕਸ਼ਨ ਕਰਨਾ ਬਹੁਤ ਹੀ ਈਜ਼ੀ ਜੀ ਚੀਜ਼ ਹੈ, ਜਿਹਨੂੰ ਆਪਾਂ ਮਤਲਬ ਕਿ ਕੁਝ ਵੀ ਉਹਦੇ ਲਈ ਸਪੈਸ਼ਲ ਐਫਰਟਸ ਕਰਨ ਦੀ ਲੋੜ ਨਹੀਂ। ਓਕੇ, ਸੋ ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਜੇ ਤੁਹਾਨੂੰ ਚੰਗੀ ਲੱਗੀ ਡੈਫੀਨੇਟਲੀ ਤੁਹਾਡਾ ਕੋਈ ਰਿਸ਼ਤੇਦਾਰ, ਤੁਹਾਡੇ ਫਰੈਂਡਸ ਜੋ ਵੀ ਆਇਲਸ ਵਗੈਰਾ ਕਰ ਰਹੇ ਆ, ਉਹਨਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੋ। ਸਾਡਾ ਕੋਸ਼ਿਸ਼ ਇਹੀ ਹੈ ਕਿ ਅਸੀਂ ਤੁਹਾਨੂੰ ਘਰ ਬੈਠੇ ਹੀ ਸਾਰੀਆਂ ਆਇਲਸ ਦੀਆਂ ਟ੍ਰਿਕਸ ਜਾਂ ਟਿਪਸ ਦੇ ਕੇ ਤੁਹਾਡੀ ਤਿਆਰੀ ਕਰਵਾ ਦਈਏ। ਸਾਨੂੰ ਇਸ ਵਿੱਚ ਹੀ ਬੜੀ ਖੁਸ਼ੀ ਮਿਲੂਗੀ, ਤੁਹਾਨੂੰ ਘਰੇ ਬੈਠੇ ਸਾਡੀਆਂ ਵੀਡੀਓਜ਼ ਦਾ ਬੈਨੀਫਿਟ ਮਿਲ ਜਾਏ। ਆਈ ਹੋਪ you are having a good knowledge from my videos. Thank you so much.